ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ। ਅੱਜ ਆਪਾਂ ਟੌਪਿਕ 3 ਡਿਸਕਸ ਕਰ ਰਹੇ ਹਾਂ। ਸੋ ਇਹ ਜਿਹੜਾ ਟੌਪਿਕ ਹੈਗਾ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਵਾਲਾ ਟੌਪਿਕ ਹੈਗਾ ਗੁਰੂ ਤੇਗ ਬਹਾਦਰ ਜੀ ਦਾ। ਸੋ ਸ਼ਹਾਦਤ ਦਾ ਜਿਹੜਾ ਸੰਕਲਪ ਹੈ ਉਸ ਦੇ ਰਿਲੇਟਡ ਹੀ ਇਹ ਕੰਟੈਂਟ ਦੇ ਵਿੱਚ ਆਉਂਦਾ ਹੈ। ਸਭ ਤੋਂ ਪਹਿਲਾਂ ਆਪਾਂ ਟੌਪਿਕ ਕੀਤਾ ਸ਼ਹਾਦਤ ਦਾ ਸੰਕਲਪ, ਸੈਕਿੰਡ ਵਾਲਾ ਟੌਪਿਕ ਸੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਕਾਰਨ ਅਤੇ ਮਹੱਤਤਾ, ਤੇ ਤੀਜਾ ਟੌਪਿਕ ਹੈ ਆਪਣਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਮਹੱਤਤਾ। ਸੋ ਵੱਡਾ ਇੱਕ ਕੁਐਸਚਨ ਬਣਦਾ ਹੁੰਦਾ ਇਹਦੇ ਵਿੱਚ ਕਿ ਸ਼ਹਾਦਤ ਤੋਂ ਤੁਸੀਂ ਕੀ ਸਮਝਦੇ ਹੋ, ਸਿੱਖਾਂ ਦੇ ਇਤਿਹਾਸ ਦੇ ਵਿੱਚ ਕਿਹੜੇ ਕਿਹੜੇ ਗੁਰੂਆਂ ਦੀ ਜਿਹੜੀ ਸ਼ਹੀਦੀ ਹੈ ਉਹ ਮਹੱਤਵਪੂਰਨ ਹੈ। ਠੀਕ ਹੈ ਜੀ, ਇਹ ਕੁਐਸਚਨ ਬਣ ਸਕਦਾ। ਤਾਂ ਕੋਈ ਵੀ ਕੁਐਸਚਨ ਘੁਮਾ ਫਿਰਾ ਕੇ ਉਹ ਪੁੱਛਣ ਸ਼ਹਾਦਤ ਦੇ ਬਾਰੇ ਤਾਂ ਤੁਸੀਂ ਇਹੀ ਲਿਖ ਕੇ ਆਉਣਾ। ਠੀਕ ਹੈ, ਟੌਪਿਕ ਨੰਬਰ 1, ਟੌਪਿਕ ਨੰਬਰ 2 ਅਤੇ ਟੌਪਿਕ ਨੰਬਰ 3 ਨੂੰ ਕੋਲੈਬ ਕਰਕੇ ਤੁਸੀਂ ਬਣਾ ਦੇਣਾ। ਅਗਰ ਉਹ ਇੱਕ ਸਪੈਸੀਫਿਕ ਗੁਰੂ ਬਾਰੇ ਪੁੱਛਣਗੇ ਤਾਂ ਤੁਸੀਂ ਇੱਕ ਸਪੈਸੀਫਿਕ ਗੁਰੂ ਦੇ ਬਾਰੇ ਦੱਸ ਦੇਣਾ, ਚਾਹੇ ਉਹ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਪੁੱਛ ਲੈਣ, ਚਾਹੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਬਾਰੇ ਪੁੱਛ ਲੈਣ। ਤਾਂ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਟੌਪਿਕ 1 ਦੇ ਵਿੱਚ ਮੈਂ ਕਰਵਾਏ ਸ਼ਹਾਦਤ ਲਿਖ ਕੇ, ਫਿਰ ਜਿਹੜੇ ਵੀ ਗੁਰੂ ਨੂੰ ਸਪੈਸੀਫਿਕਲੀ ਉਹ ਪੁੱਛਦੇ ਨੇ ਤੁਸੀਂ ਉਸ ਨੂੰ ਹੀ ਇਲੈਬੋਰੇਟ ਕਰਕੇ ਆਉਣਾ। ਅਗਰ ਉਹ ਨਹੀਂ ਪੁੱਛਦੇ ਗੁਰੂਆਂ ਦੇ ਬਾਰੇ, ਸਿਰਫ ਸ਼ਹਾਦਤ ਦੇ ਬਾਰੇ ਪੁੱਛਦੇ ਨੇ, ਤਾਂ ਤੁਸੀਂ ਦੋਨੋਂ ਗੁਰੂਆਂ ਬਾਰੇ ਥੋੜ੍ਹਾ ਥੋੜ੍ਹਾ ਲਿਖ ਕੇ ਆਉਣਾ। ਠੀਕ ਹੈ, ਸੋ ਇੱਕ ਹੋਰ ਗੱਲ ਹੈ ਕਿ 4-5 ਪੇਜਿਸ ਦਾ ਇੱਕ ਵੱਡਾ ਕੁਐਸਚਨ ਹੋਏਗਾ ਅਤੇ ਸ਼ੋਰਟ ਕੁਐਸਚਨ ਜਿਹੜੇ ਨੇ ਉਹ ਇੱਕ ਸ਼ੀਟ ਦੇ ਉੱਤੇ ਤੁਸੀਂ 2 ਕਰਕੇ ਆ ਸਕਦੇ ਹੋ। ਠੀਕ ਹੈ, ਬਹੁਤ ਹੈ, ਐਨਫ ਹੈ। ਤੇ ਨਾਲ ਹੀ ਦੋਸਤੋ BA ਹਿਸਟਰੀ ਜਿਹੜੀ ਹੈਗੀ ਆ ਸਮੈਸਟਰ 1 ਦੀ ਉਹ ਵੀ ਮੈਂ ਕਵਰ ਕਰਵਾ ਰਹੀ ਹਾਂ। ਜਿਨ੍ਹਾਂ ਨੇ ਵੀਡੀਓ ਮਿਸ ਕਰ ਦਿੱਤਾ, ਜਿਨ੍ਹਾਂ ਨੇ ਆਪਟ ਕੀਤਾ ਹੋਇਆ ਸਬਜੈਕਟ ਅਤੇ ਉਹ ਵੀਡੀਓ ਚਾਹੁੰਦੇ ਨੇ ਤਾਂ ਉਹ ਤੁਸੀਂ ਪਲੇਲਿਸਟ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ। BSM 1 ਦੀ ਸੋਸ਼ੋਲੋਜੀ ਦੇ ਵੀ ਮੈਂ ਨੋਟਸ ਪ੍ਰੀਪੇਅਰ ਕੀਤੇ ਹੋਏ ਨੇ ਤੇ ਮੈਂ ਅਪਲੋਡ ਕਰ ਰਹੀ ਹਾਂ 1 by 1, ਉਹ ਵੀ ਤੁਸੀਂ ਜਾ ਕੇ ਪਲੇਲਿਸਟ ਚੈੱਕ ਕਰ ਸਕਦੇ ਹੋ। ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤਾਂ ਕਿ ਕੋਈ ਵੀ ਛੋਟੀ ਮੋਟੀ ਚੀਜ਼ ਤੁਹਾਡੇ ਤੋਂ ਮਿਸ ਨਾ ਹੋ ਜਾਵੇ। ਜੋ ਚੀਜ਼ ਮੈਂ ਐਕਸਟਰਾ ਵੀ ਤੁਹਾਨੂੰ ਕਰਵਾ ਰਹੀ ਹਾਂ ਇਸ ਵੀਡੀਓ ਦੇ ਥਰੂ, ਕਿਉਂਕਿ ਪ੍ਰਿੰਟ ਦੇ ਵਿੱਚ ਕੁਝ ਰਹਿ ਜਾਂਦਾ ਹੈ ਤਾਂ ਮੈਂ ਔਰਲੀ ਤੁਹਾਨੂੰ ਬੋਲ ਕੇ ਦੱਸ ਦਿੰਦੀ ਹਾਂ। ਅਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਕੋਈ ਵੀ ਨੀਡੀ ਪਰਸਨ ਹੈ ਉਸ ਤੱਕ ਮੇਰੀ ਵੀਡੀਓ ਪਹੁੰਚਦੀ ਹੋਵੇ। ਸੋ ਮੈਨੂੰ ਮੋਟੀਵੇਟ ਕਰਨ ਲਈ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ। ਤੇ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ। ਜਿਹੜੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਹੋਏ ਨੇ ਉਹਨਾਂ ਦੀ ਜਿਹੜੀ ਸ਼ਹੀਦੀ ਹੈ ਇਤਿਹਾਸ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਘਟਨਾ ਹੈ। ਧਰਮ ਅਤੇ ਮਨੁੱਖਤਾ ਦੇ ਲਈ ਉਹਨਾਂ ਨੇ ਆਪਣੀ ਸ਼ਹੀਦੀ ਦਿੱਤੀ ਸੀ ਅਤੇ ਗੁਰੂ ਸਾਹਿਬ ਨੇ ਆਪਣਾ ਨਾਂ ਰਹਿੰਦੀ ਦੁਨੀਆ ਤੱਕ ਅਮਰ ਕਰ ਲਿਆ। ਗੁਰੂ ਜੀ ਦੀ ਸ਼ਹੀਦੀ ਨਾਲ ਜੁੜੇ ਹੋਏ ਤੱਤ ਸੰਖੇਪ ਦੇ ਵਿੱਚ ਇਸ ਪ੍ਰਕਾਰ ਨੇ। ਸੋ ਦੋਸਤੋ ਆਪਾਂ ਵੀ ਜਾਣਦੇ ਹਾਂ ਨਾ, ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਤਾਂ ਗ੍ਰਿਫਤਾਰ ਕਰਕੇ ਲਿਆਏ ਗਏ ਸੀ, ਹੈ ਨਾ। ਉਹ ਤੇ ਇਹ ਖੁਦ ਚੱਲ ਕੇ ਗਏ ਸੀਗੇ ਅਤੇ ਰਸਤੇ ਦੇ ਵਿੱਚ ਜਾਂਦੇ ਜਾਂਦੇ ਲੋਕਾਂ ਨੂੰ ਮਨੁੱਖਤਾ ਦਾ ਪਾਠ ਪੜ੍ਹਾਉਂਦੇ ਗਏ ਨੇ। ਠੀਕ ਹੈ, ਇਹਨਾਂ ਦੇ ਵੀ ਜਿਹੜੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਹਿੰਦੂ ਵੀ ਬਹੁਤ ਜ਼ਿਆਦਾ ਜਿਹੜੇ ਸੀਗੇ ਉਹ ਇਹਨਾਂ ਨੂੰ ਬਹੁਤ ਮੰਨਦੇ ਸੀ ਅਤੇ ਜਿਹੜੇ ਮੁਸਲਿਮ ਸੀਗੇ ਉਹ ਵੀ ਇਹਨਾਂ ਨੂੰ ਬਹੁਤ ਮੰਨਦੇ ਸੀ। ਸਿੱਖਾਂ ਦੇ ਤਾਂ ਇਹ ਹਰਮਨ ਪਿਆਰੇ ਗੁਰੂ ਹੈ ਹੀ ਸੀ, ਹੈ ਨਾ। ਸੋ ਸ਼ਹੀਦੀ ਦੇ ਕਾਰਨ ਕੀ ਸੀ, ਕੀ ਇਹਨਾਂ ਦੇ ਕਾਜ਼ਸ ਸੀਗੇ ਕਿ ਇਹਨਾਂ ਨੂੰ ਸ਼ਹੀਦੀ ਜਿਹੜੀ ਸੀ ਲੈਣੀ ਪਈ। ਸੋ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਲਈ ਅਨੇਕ ਕਾਰਨ ਜ਼ਿੰਮੇਵਾਰ ਸੀ। ਜਿਵੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਕਾਫੀ ਸਾਰੇ ਕਾਰਨ ਜ਼ਿੰਮੇਵਾਰ ਸੀ ਉਹਨਾਂ ਦੀ ਸ਼ਹੀਦੀ ਦੇ, ਤਾਂ ਇਹਨਾਂ ਦੇ ਵੀ ਬਹੁਤ ਸਾਰੇ ਕਾਰਨ ਜ਼ਿੰਮੇਵਾਰ ਸੀ। ਮੁਗਲਾਂ ਅਤੇ ਸਿੱਖਾਂ ਵਿਚਾਲੇ ਦੁਸ਼ਮਣੀ। ਸੋ ਦੇਖੋ ਦੋਸਤੋ, ਆਪਾਂ ਪਿਛਲੇ ਟੌਪਿਕ 2 ਦੇ ਵਿੱਚ ਪੜ੍ਹ ਕੇ ਹਟਿਆ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ 'ਚ ਸਿੱਖਾਂ ਅਤੇ ਜਿਹੜੇ ਮੁਸਲਿਮ ਹੈ, ਠੀਕ ਹੈ, ਉਹਨਾਂ ਦੀ ਮੁਗਲਾਂ ਦੇ ਵਿਚਕਾਰ ਜਿਹੜੀ ਸੀ ਦੁਸ਼ਮਣੀ ਸਟਾਰਟ ਹੋ ਗਈ ਸੀ। ਕਿਉਂਕਿ ਪਹਿਲਾਂ ਜਿਹੜੇ ਸੀਗੇ ਗੁਰੂ ਹੋਏ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਤੱਕ ਉਹ ਸੰਤ ਹੋਏ ਨੇ, ਲੇਕਿਨ ਇਹਨਾਂ ਤੋਂ ਬਾਅਦ 'ਚ ਸੰਤ ਸਿਪਾਹੀ ਬਣ ਗਏ ਨੇ, ਹੈ ਨਾ। ਸੋ ਉਹਨਾਂ ਨੇ ਹਥਿਆਰ ਚੱਕ ਲਏ ਸੀ ਗੁਰੂ ਜੀ ਦੀ ਸ਼ਹੀਦੀ ਤੋਂ ਬਾਅਦ 'ਚ। ਸੋ ਇਸ ਟਾਈਮ ਤੱਕ ਵੀ ਜਿਹੜਾ ਸੀ ਉਹਨਾਂ ਦੀ ਜਿਹੜੀ ਦੁਸ਼ਮਣੀ ਸੀ ਉਹ ਬਹੁਤ ਜ਼ਿਆਦਾ ਸੀ, ਕਿਉਂਕਿ 1605 ਤੱਕ ਤਾਂ ਸਿੱਖਾਂ ਅਤੇ ਮੁਗਲਾਂ ਦੇ ਵਿਚਕਾਰ ਮਿੱਤਰਤਾ ਪੂਰਵਕ ਜਿਹੜੇ ਸੀ ਸੰਬੰਧ ਚਲੇ ਆ ਰਹੇ ਸੀ। ਪਰ ਜਦੋਂ 1606 ਦੇ ਵਿੱਚ ਮੁਗਲ ਬਾਦਸ਼ਾਹ ਜਹਾਂਗੀਰ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਤਾਂ ਇਹ ਸੰਬੰਧ ਕੀ ਬਣ ਗਏ, ਦੁਸ਼ਮਣੀ ਵਾਲੇ। ਸ਼੍ਰੀ ਗੁਰੂ ਹਰਗੋਬਿੰਦ ਜੀ ਦੁਆਰਾ ਅਪਣਾਈ ਗਈ, ਜਿਹੜੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਬੇਟੇ ਨੇ ਜਿਹੜੇ ਹਰਗੋਬਿੰਦ ਜੀ, ਉਹਨਾਂ ਨੇ ਨੀਤੀ ਅਪਣਾਈ ਸੀ ਕਿਹੜੀ, ਮੀਰੀ ਪੀਰੀ ਵਾਲੀ, ਹੈ ਨਾ। ਉਹਨਾਂ ਨੇ ਸੰਤ ਸਿਪਾਹੀ ਬਣ ਗਏ। ਸੋ ਇਹਦੇ ਕਰਕੇ ਜਿਹੜਾ ਸੀਗਾ ਉਹ ਗਵਾਲੀਅਰ ਦੇ ਕਿਲੇ ਦੇ ਵਿੱਚ ਵੀ 2 ਸਾਲ ਤਕਰੀਬਨ 40 ਦਿਨਾਂ ਤੱਕ ਉਹ ਕਿਲੇ ਦੇ ਵਿੱਚ ਨਜ਼ਰਬੰਦ ਕੀਤੇ ਗਏ ਨੇ। ਸੋ ਤਾਂ ਵੀ ਕਰਕੇ ਜਿਹੜੇ ਸੀਗੇ ਸਿੱਖ ਗੁੱਸੇ ਦੇ ਵਿੱਚ ਸੀ। ਤੇ ਸ਼ਾਹਜਹਾਂ ਦੇ ਕਾਲ ਦੇ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਜੀ ਜਿਹੜੇ ਸੀਗੇ ਉਹਨਾਂ ਨੂੰ ਵੀ ਮੁਗਲਾਂ ਨਾਲ 4 ਲੜਾਈਆਂ ਵੀ ਲੜਨੀਆਂ ਪਈਆਂ ਸੀ। ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਬੇਟੇ ਸੀ ਸ਼੍ਰੀ ਗੁਰੂ ਹਰਗੋਬਿੰਦ ਜੀ, ਸੋ ਉਹਨਾਂ ਨੂੰ ਮੁਗਲਾਂ ਦੇ ਨਾਲ 4 ਲੜਾਈਆਂ ਲੜਨੀਆਂ ਪਈਆਂ ਅਤੇ ਫਿਰ ਜਿਹੜੇ ਸੀਗੇ ਔਰੰਗਜ਼ੇਬ ਦੇ ਸ਼ਾਸਨ ਕਾਲ ਵਿੱਚ ਵੀ ਸਿੱਖਾਂ ਅਤੇ ਮੁਗਲਾਂ ਦੇ ਵਿਚਕਾਰ ਦੁਸ਼ਮਣੀ ਹੋਰ ਵੀ ਵੱਧ ਗਈ। ਠੀਕ ਹੈ, ਸੋ ਇਸ ਕਰਕੇ ਜਿਹੜਾ ਸੀਗਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਵੀ ਇੱਕ ਮੁੱਖ ਕਾਰਨ ਜਿਹੜਾ ਸੀਗਾ ਬਣਿਆ ਸੀਗਾ। ਸੋ ਇੱਦਾਂ ਦੇਖੋ, ਜਿਹੜੇ ਸਿੱਖ ਆਪਣੇ ਗੁਰੂ ਹੋਏ ਨੇ ਸ਼ਾਹਜਹਾਂ ਦੇ ਟਾਈਮ, ਜਹਾਂਗੀਰ ਦੇ ਟਾਈਮ, ਫਿਰ ਉਸਦਾ ਮੁੰਡਾ ਸ਼ਾਹਜਹਾਂ, ਫਿਰ ਔਰੰਗਜ਼ੇਬ। ਸੋ ਇਹਨਾਂ ਦੇ ਨਾਲ ਜਿਹੜੀ ਸੀਗੀ ਤਕਰੀਬਨ 70 ਸਾਲ ਦਾ ਵਕਫਾ ਸੀਗਾ
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ। ਠੀਕ ਹੈ, ਸੋ 70 ਕੁ ਸਾਲ ਜਿਹੜਾ ਸੀਗਾ, ਫਿਰ ਉਸ ਤੋਂ ਬਾਅਦ 'ਚ ਤੁਸੀਂ ਦੇਖੋਗੇ ਕਿ ਜਹਾਂਗੀਰ ਦਾ ਮੁੰਡਾ ਜਿਹੜਾ ਸੀਗਾ ਸ਼ਾਹਜਹਾਂ, ਫਿਰ ਸ਼ਾਹਜਹਾਂ ਦਾ ਜਿਹੜਾ ਸੀਗਾ ਔਰੰਗਜ਼ੇਬ। ਸੋ ਇਹ ਜਿਹੜੇ ਨੇ ਪੂਰਾ ਇਹਨਾਂ ਨੇ ਦੁਸ਼ਮਣੀ ਨਿਭਾਈ ਹੈ ਨਾ। ਸੋ ਔਰੰਗਜ਼ੇਬ ਦੀ ਕੱਟੜਤਾ, ਔਰੰਗਜ਼ੇਬ ਜਿਹੜਾ ਸੀਗਾ ਉਹ ਬਹੁਤ ਹੀ ਕੱਟੜ ਮੁਸਲਮਾਨ ਸੀਗਾ। ਸੋ ਉਹ ਕਿਸੇ ਵੀ ਹੋਰ ਧਰਮ ਨੂੰ ਟੋਲਰੇਟ ਨਹੀਂ ਸੀ ਕਰਦਾ। ਤੁਸੀਂ ਟੌਪਿਕ 2 ਦੇ ਵਿੱਚ ਵੀ ਤੁਸੀਂ ਇਹ ਚੀਜ਼ ਪੜ੍ਹੋਗੇ। ਤੇ ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਵੀ ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਨ ਬਣੀ ਸੀ, ਕਿਉਂਕਿ 1658 ਦੇ ਵਿੱਚ ਮੁਗਲਾਂ ਦਾ ਨਵਾਂ ਬਾਦਸ਼ਾਹ ਉਹ ਬਣਿਆ ਸੀ ਔਰੰਗਜ਼ੇਬ, ਅਤੇ ਉਹ ਭਾਰਤ ਵਿੱਚ ਹਰ ਪਾਸੇ ਚਾਹੁੰਦਾ ਸੀ ਕਿ ਇਸਲਾਮ ਧਰਮ ਦਾ ਬੋਲਬਾਲਾ ਹੋਵੇ, ਹਰ ਪਾਸੇ ਇਸਲਾਮ ਧਰਮ ਦੇਖਣਾ ਚਾਹੁੰਦਾ ਸੀ। ਤੇ ਉਸਨੇ ਹਿੰਦੂਆਂ ਦੇ ਕਈ ਪ੍ਰਸਿੱਧ ਮੰਦਰ ਸੀਗੇ ਉਹ ਤਬਾਹ ਕਰਤੇ ਸੀ, ਮਸਜਿਦਾਂ ਬਣਵਾਤੀਆਂ ਸੀ ਉੱਥੇ, ਉਹਨਾਂ ਦੇ ਤਿੱਥ ਤਿਉਹਾਰ ਜਿਹੜੇ ਵੀ ਉਹ ਮਨਾਉਂਦੇ ਸੀ ਉਹਨਾਂ 'ਤੇ ਵੀ ਪਾਬੰਦੀਆਂ ਲਗਾਤੀਆਂ ਕਿ ਕੋਈ ਵੀ ਤੁਸੀਂ ਆਪਣਾ ਤਿਉਹਾਰ ਨਹੀਂ ਮਨਾਓਗੇ, ਹੈ ਨਾ। ਸੋ 1679 ਦੇ ਵਿੱਚ ਕੀ ਹੋਇਆ ਸੀ, ਹਿੰਦੂਆਂ 'ਤੇ ਦੁਬਾਰਾ ਜਜ਼ੀਆ ਕਰ ਜਿਹੜਾ ਸੀ ਉਹ ਲਗਾ ਦਿੱਤਾ ਗਿਆ ਸੀ। ਤਲਵਾਰ ਦੇ ਜ਼ੋਰ 'ਤੇ ਲੋਕਾਂ ਨੂੰ ਜ਼ਬਰਦਸਤੀ ਕਿਹਾ ਜਾ ਰਿਹਾ ਸੀ ਕਿ ਤੁਸੀਂ ਇਸਲਾਮ ਧਰਮ ਕਬੂਲ ਕਰੋ, ਨਹੀਂ ਤਾਂ ਤੁਹਾਡੀਆਂ ਗਰਦਨਾਂ ਵੱਢ ਦੇਣੀਆਂ ਨੇ। ਸੋ ਹਿੰਦੂ ਬਹੁਤ ਹੀ ਜ਼ਿਆਦਾ ਜਿਹੜੇ ਸੀਗੇ ਉਹ ਡਿਸਟਰੈਸਡ ਸੀ, ਕਿਉਂਕਿ ਸਿੱਖ ਧਰਮ ਤਾਂ ਆਪਣਾ ਆਪ ਜਿਹੜਾ ਸੀਗਾ ਉਹ ਕਰ ਰਿਹਾ ਸੀ। ਗੁਰੂ ਜੀ ਦੇ ਲੜ ਲੱਗੇ ਹੋਏ ਸੀ, ਜਿਹੜੇ ਉਸ ਟਾਈਮ ਦੇ ਗੁਰੂ ਚੱਲ ਰਹੇ ਸੀ ਉਹਨਾਂ ਦੇ ਨਾਲ ਲੜ ਲੱਗੇ ਹੋਏ ਸੀ। ਉਹ ਤਾਂ ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਸੀ, ਲੇਕਿਨ ਜਿਹੜੇ ਹਿੰਦੂ ਸੀਗੇ ਉਹ ਬਹੁਤ ਜ਼ਿਆਦਾ ਡਰੇ ਹੋਏ ਸੀ, ਕਿਉਂਕਿ ਜਿਹੜਾ ਹੈ ਪਹਿਲਾਂ ਤਾਂ ਉਹ 'ਤੇ ਆਡੰਬਰ ਬਹੁਤ ਜ਼ਿਆਦਾ ਸੀ, ਹੈ ਨਾ, ਹਿੰਦੂ ਧਰਮ 'ਚ। ਅਤੇ ਫਿਰ ਦੂਜੀ ਗੱਲ ਹੈ ਉਹਨਾਂ ਦਾ ਕੋਈ ਗੁਰੂ ਨਹੀਂ ਸੀਗਾ ਉਸ ਟਾਈਮ, ਤਾਂ ਇਸ ਕਰਕੇ ਜਿਹੜਾ ਸੀ ਉਹ ਗੁਰੂ ਜੀ ਦੀ ਆਸ਼ਰਮ ਦੇ ਵਿੱਚ ਆ ਰਹੇ ਸੀ। ਸੋ ਤਾਂ ਕਰਕੇ ਜਿਹੜਾ ਸੀਗਾ ਉਹ ਔਰੰਗਜ਼ੇਬ ਸੀਗਾ ਤਾਂ ਵੀ ਜ਼ਿਆਦਾ ਹਾਈਪਰ ਸੀਗਾ, ਹੈ ਨਾ। ਔਰੰਗਜ਼ੇਬ ਨੇ ਇੱਕ ਹੁਕਮ ਦੇ ਰਾਹੀਂ ਤਾਂ ਇਹ ਵੀ ਆਦੇਸ਼ ਦਿੱਤਾ ਸੀ ਕਿ ਸਿੱਖਾਂ ਦੇ ਸਾਰੇ ਗੁਰਦੁਆਰੇ ਢਾਹ ਦਿੱਤੇ ਜਾਣ, ਪਰ ਗੁਰਦੁਆਰੇ ਢਾਹਣ ਲਈ ਤਾਂ ਇੰਨਾ ਜ਼ਿਆਦਾ ਹੌਸਲਾ ਚਾਹੀਦਾ ਸੀ ਨਾ, ਕਿਉਂਕਿ ਗੁਰੂ ਜੀ ਪਿੱਛੇ ਬੈਠੇ ਸੀ, ਕਿ ਗੁਰੂ ਹਰਗੋਬਿੰਦ ਜੀ ਨੇ ਤਾਂ ਤਲਵਾਰਾਂ ਚੱਕ ਲਈਆਂ ਸੀ, ਹੈ ਨਾ। ਸੋ ਤਾਂ ਕਰਕੇ ਉਹ ਥੋੜ੍ਹਾ ਸਿੱਖਾਂ ਨਾਲ ਲੜਾਈ ਲੈਣ ਤੋਂ ਹਾਲੇ ਵੀ ਥੋੜ੍ਹੇ ਜਿਹੇ ਝਿਜਕਦੇ ਸੀ, ਲੇਕਿਨ ਹਿੰਦੂਆਂ ਦੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਸੀ ਕਿ ਇਹਨਾਂ 'ਤੇ ਤਾਂ ਅਤਿਆਚਾਰ ਅਸੀਂ ਕਰਨੇ ਆ। ਸੋ ਤਾਂ ਕਰਕੇ ਵੀ ਜਿਹੜਾ ਸੀਗਾ ਉਹਦੀ ਕੱਟੜਤਾ ਬਹੁਤ ਜ਼ਿਆਦਾ ਫੈਲ ਰਹੀ ਸੀ। ਨਕਸ਼ਬੰਦੀਆਂ ਦਾ ਔਰੰਗਜ਼ੇਬ 'ਤੇ ਪ੍ਰਭਾਵ, ਹੁਣ ਨਕਸ਼ਬੰਦੀ ਜਿਹੜੇ ਸੀ ਉਹਨਾਂ ਨੇ ਜਹਾਂਗੀਰ ਨੂੰ ਵੀ ਬਹੁਤ ਭੜਕਾਇਆ ਸੀਗਾ, ਹੈ ਨਾ। ਸੋ ਉਹਨਾਂ ਨੇ ਸ਼ਾਹਜਹਾਂ ਨੂੰ ਵੀ ਬਹੁਤ ਭੜਕਾਇਆ ਸੀ, ਤਾਂ ਇਹਨਾਂ ਨੇ ਭੜਕਾਉਣਾ ਜਿਹੜਾ ਸੀ ਔਰੰਗਜ਼ੇਬ 'ਤੇ ਵੀ ਜਾਰੀ ਰੱਖਿਆ। ਸੋ ਇਸ ਸੰਪਰਦਾਇ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਵੱਧ ਰਹੀ ਸ਼ੋਹਰਤ ਅਸਹਿ ਸੀ। ਠੀਕ ਹੈ, ਨਕਸ਼ਬੰਦੀ ਚਾਹੁੰਦੇ ਸੀ ਕਿ ਇਸਲਾਮ ਧਰਮ ਹੀ ਬੋਲਬਾਲਾ ਹੋਵੇ, ਉਹਨਾਂ ਨੇ ਔਰੰਗਜ਼ੇਬ ਦੇ ਵੀ ਕੰਨ ਭੰਨਣੇ ਸਟਾਰਟ ਕਰ ਦਿੱਤੇ। ਅਤੇ ਦੂਜੀ ਗੱਲ ਇਹ ਸੀ ਕਿ ਗੁਰੂ ਜੀ ਬੜੇ ਪੋਪੂਲਰ ਹੋ ਰਹੇ ਸੀ, ਗੁਰੂ ਤੇਗ ਬਹਾਦਰ ਜੀ, ਅਤੇ ਇਸ ਕਰਕੇ ਜਿਹੜਾ ਸੀ ਉਹਨਾਂ ਨੂੰ ਐਂ ਸੀ ਵੀ ਕਿਤੇ ਇੰਨਾ ਜ਼ਿਆਦਾ ਧਰਮ ਵਿਕਾਸ ਹੋ ਰਿਹਾ ਸਿੱਖ ਧਰਮ ਦਾ, ਕਿਤੇ ਇਹ ਸਾਡੇ ਲਈ ਵੰਗਾਰ ਨਾ ਬਣ ਜੇ। ਠੀਕ ਹੈ, ਇਸ ਕਰਕੇ ਉਹਨਾਂ ਨੇ ਔਰੰਗਜ਼ੇਬ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਸਿੱਖ ਧਰਮ ਦਾ ਪ੍ਰਚਾਰ, ਓਬਵੀਅਸ ਜੀ ਗੱਲ ਹੈਗੀ ਗੁਰੂ ਤੇਗ ਬਹਾਦਰ ਜੀ ਦੇ ਕਰਕੇ, ਹੈ ਨਾ, ਬਹੁਤ ਹੀ ਜ਼ਿਆਦਾ ਸਿੱਖ ਧਰਮ ਦਾ ਵਿਕਾਸ ਹੋ ਰਿਹਾ ਸੀ। ਅਤੇ ਯਾਤਰਾਵਾਂ ਤੋਂ ਪ੍ਰਭਾਵਿਤ ਹੋ ਕੇ ਜਿਹੜੇ ਗੁਰੂ ਤੇਗ ਬਹਾਦਰ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਬਹੁਤ ਜ਼ਿਆਦਾ ਯਾਤਰਾਵਾਂ ਕੀਤੀਆਂ ਸੀ, ਇਸ ਕਰਕੇ ਵੀ ਹਜ਼ਾਰਾਂ ਲੋਕ ਸਿੱਖ ਮਤ ਦੇ ਵਿੱਚ ਸ਼ਾਮਿਲ ਹੋ ਗਏ। ਮੁਸਲਮਾਨ ਵੀ, ਹਿੰਦੂ ਵੀ, ਅਤੇ ਸਿੱਖਾਂ ਨੇ ਤਾਂ ਉਹਦੇ ਵਿੱਚ ਸ਼ਾਮਿਲ ਹੋਣਾ ਹੀ ਸੀ। ਗੁਰੂ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਵਿੱਚ ਤੇਜ਼ੀ ਲਿਆਉਣ ਲਈ ਸਿੱਖ ਪ੍ਰਚਾਰਕ ਨਿਯੁਕਤ ਕੀਤੇ। ਠੀਕ ਹੈ, ਤਾਂ ਕਿ ਉਹ ਹਰੇਕ ਜਗ੍ਹਾ 'ਤੇ ਜਾਣ ਅਤੇ ਸਿੱਖ ਧਰਮ ਨੂੰ ਹੋਰ ਹੀ ਜ਼ਿਆਦਾ ਇਲੈਬੋਰੇਟ ਕਰਨ, ਪ੍ਰਚਾਰ ਕਰਨ। ਇਸ ਕਰਕੇ ਜਿਹੜਾ ਹੈ ਇਹ ਬਹੁਤ ਜ਼ਿਆਦਾ ਲੋਕਪ੍ਰਿਯ ਹੋ ਰਿਹਾ ਸੀ ਧਰਮ, ਸਿੱਖ ਧਰਮ ਦਾ ਹੋ ਰਿਹਾ ਸੀ ਵਿਕਾਸ। ਇਸ ਕਰਕੇ ਉਸਦਾ ਸੰਗਠਨ ਔਰੰਗਜ਼ੇਬ ਲਈ ਬਰਦਾਸ਼ਤ ਤੋਂ ਬਾਹਰ ਸੀ। ਉਸਨੂੰ ਇਹ ਲੱਗ ਰਿਹਾ ਸੀ ਕਿ ਮੇਰੇ ਲਈ ਇੱਕ ਕੌਮ ਖੜੀ ਹੋ ਰਹੀ ਹੈ ਨਾ। ਸੋ ਫਿਰ ਕੀ ਸੀਗਾ, ਰਾਮ ਰਾਏ ਦੀ ਦੁਸ਼ਮਣੀ। ਰਾਮ ਰਾਏ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦਾ ਵੱਡਾ ਭਰਾ ਸੀ। ਗੁਰੂ ਹਰਕ੍ਰਿਸ਼ਨ ਜੀ ਤੋਂ ਬਾਅਦ 'ਚ ਜਦੋਂ ਗੁਰਗੱਦੀ 'ਤੇ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਮਿਲ ਗਈ ਤਾਂ ਇਹ ਬਰਦਾਸ਼ਤ ਨਾ ਕਰ ਪਾਇਆ। ਇਸ ਕਰਕੇ ਜਿਹੜਾ ਸੀਗਾ ਉਸਨੇ ਗੁਰਗੱਦੀ ਦੀ ਪ੍ਰਾਪਤੀ ਲਈ ਬਹੁਤ ਜ਼ਿਆਦਾ ਹੱਥਕੰਡੇ ਅਪਣਾਉਣੇ ਸ਼ੁਰੂ ਕਰਤੇ। ਉਸਦੇ ਬਹੁਤ ਸਾਰੇ ਯਤਨ ਜਦੋਂ ਸਫਲ ਰਹੇ ਤਾਂ ਉਸਨੇ ਔਰੰਗਜ਼ੇਬ ਦੇ ਹੀ ਕੰਨ ਭੰਨਣੇ ਸਟਾਰਟ ਕਰਤੇ। ਉਹਨੇ ਪਹਿਲਾਂ ਤਾਂ ਆਪਦੇ ਉਸਦੇ ਲੈਵਲ ਦੇ ਉੱਤੇ ਹੈ ਨਾ ਕੋਸ਼ਿਸ਼ ਕੀਤੀ ਕਿ ਇਹ ਨਾ ਬਣੇ, ਗੁਰੂ ਨਾ ਬਣੇ, ਲੇਕਿਨ ਫਿਰ ਜਦੋਂ ਉਸਦਾ ਨਾਂ ਬਸ ਚੱਲਿਆ ਤਾਂ ਉਸਨੇ ਔਰੰਗਜ਼ੇਬ ਕੋਲ ਗਿਆ ਅਤੇ ਉਹਦੇ ਕੰਨ ਭਰਤੇ ਗੁਰੂ ਜੀ ਬਰਖਲਾਫ। ਉਸ ਤੋਂ ਬਾਅਦ 'ਚ ਇੱਕ ਜਿਹੜੀ ਘਟਨਾ ਦੇ ਕਰਕੇ ਸ਼ਹਾਦਤ ਹੋਈ ਹੈ, ਇੱਕ ਮੇਨ ਘਟਨਾ, ਉਹ ਹੈ ਕਸ਼ਮੀਰੀ ਪੰਡਤਾਂ ਦੀ ਪੁਕਾਰ। ਸੋ ਕਸ਼ਮੀਰੀ ਪੰਡਤ ਇਹਨਾਂ ਕੋਲੇ ਗਏ ਸੀ, ਬਹੁਤ ਜ਼ਿਆਦਾ ਦੁਖੀ ਸੀ ਉਹ, ਹੈ ਨਾ। ਤਾਂ ਕਸ਼ਮੀਰੀ ਬ੍ਰਾਹਮਣ ਆਪਣੇ ਧਰਮ ਅਤੇ ਪ੍ਰਾਚੀਨ ਸੰਸਕ੍ਰਿਤੀ ਬਾਰੇ ਬਹੁਤ ਦ੍ਰਿੜ ਸੀਗੇ ਅਤੇ ਸਾਰੇ ਭਾਰਤ ਵਿੱਚ ਉਹਨਾਂ ਦਾ ਆਦਰ ਕੀਤਾ ਜਾਂਦਾ ਸੀ, ਜਿਹੜੇ ਕਸ਼ਮੀਰੀ ਬ੍ਰਾਹਮਣ ਹੁੰਦੇ ਸੀ। ਔਰੰਗਜ਼ੇਬ ਨੇ ਸੋਚਿਆ ਜੇ ਇਹਨਾਂ ਬ੍ਰਾਹਮਣਾਂ ਨੂੰ ਕਿਸੇ ਤਰ੍ਹਾਂ ਮੁਸਲਮਾਨ ਬਣਾ ਲਿਆ ਤਾਂ ਸਾਰੀ ਕੌਮ ਹਿੰਦੂਆਂ ਦੀ ਜਿਹੜੀ ਹੈਗੀ ਆ ਉਹ ਮੁਸਲਿਮ ਬਣ ਜਾਏਗੀ, ਹੈ ਨਾ। ਉਹਨਾਂ ਨੇ ਆਪਣੇ ਆਪ ਹੀ ਇਸਲਾਮ ਧਰਮ ਨੂੰ ਕਬੂਲ ਕਰ ਲੈਣਾ। ਸੋ ਇਸ ਕਰਕੇ ਉਹਨਾਂ ਨੇ ਕੀ ਕੀਤਾ ਸੀਗਾ, ਉਹਨਾਂ ਨੇ ਸ਼ੇਰ ਅਫਗਾਨ ਨੂੰ ਕਸ਼ਮੀਰ ਦਾ ਨਿਯੁਕਤ ਕਰ ਦਿੱਤਾ ਗਵਰਨਰ। ਠੀਕ ਹੈ, ਸ਼ੇਰ ਅਫਗਾਨ ਸੀ ਜਿਹੜਾ ਉਹਨੂੰ ਕਸ਼ਮੀਰ ਦਾ ਗਵਰਨਰ ਜਦੋਂ ਨਿਯੁਕਤ ਕਰ ਦਿੱਤਾ ਤਾਂ ਸ਼ੇਰ ਅਫਗਾਨ ਨੇ ਕੀ ਕੀਤਾ, ਇਸਲਾਮ ਧਰਮ, ਉਸਨੇ ਕਿਹਾ ਕਿ ਸਾਰੇ ਜਣੇ
ਬ੍ਰਾਹਮਣ ਨੇ ਉਹ ਇਸਲਾਮ ਧਰਮ ਕਬੂਲ ਕਰ ਲਓ। ਉਹਨਾਂ ਨੇ ਬ੍ਰਾਹਮਣਾਂ 'ਤੇ ਕੀ ਕਰਤਾ, ਘੋਰ ਅਤਿਆਚਾਰ ਕਰਤਾ। ਜਦੋਂ ਬ੍ਰਾਹਮਣਾਂ ਨੂੰ ਆਪਣੇ ਧਰਮ ਦੇ ਬਚਾਅ ਲਈ ਕੋਈ ਰਸਤਾ ਨਾ ਨਜ਼ਰ ਆਇਆ ਤਾਂ ਉਹਨਾਂ ਨੂੰ ਉਸ ਟਾਈਮ ਦੇ ਜਿਹੜੇ ਆਪਣੇ ਗੁਰੂ ਜੀ ਚੱਲ ਰਹੇ ਸੀ, ਗੁਰੂ ਤੇਗ ਬਹਾਦਰ ਜੀ ਹੈ ਨਾ, ਤਾਂ ਉਹ ਉਹਨਾਂ ਕੋਲ ਆਏ ਅਤੇ ਉਹਨਾਂ ਨੂੰ ਜਦੋਂ ਨਾ ਕੋਈ ਰਸਤਾ ਲੱਭਿਆ ਤਾਂ ਉਹਨਾਂ ਨੇ ਪੰਡਿਤ ਕਿਰਪਾ ਰਾਮ ਦੀ ਅਗਵਾਈ ਦੇ ਹੇਠ, ਠੀਕ ਹੈ, 16 ਮੈਂਬਰਾਂ ਦਾ ਇੱਕ ਦਲ 25 ਮਈ 1675 ਨੂੰ ਸ਼੍ਰੀ ਗੁਰੂ ਅਨੰਦਪੁਰ ਸਾਹਿਬ ਦੇ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਕੋਲ ਆਪਣੀ ਦੁੱਖ ਭਰੀ ਫਰਿਆਦ ਲੈ ਕੇ ਉਹ ਪਹੁੰਚੇ ਅਤੇ ਗੁਰੂ ਸਾਹਿਬ ਜਿਹੜੇ ਸੀਗੇ, ਜਿਹੜੇ ਆਪਣੇ ਗੁਰੂ ਸਾਹਿਬ ਸੀਗੇ, ਉਹਨਾਂ ਦੀ ਜਿਹੜੀ ਹੈਗੀ ਹੈ ਗੰਭੀਰਤਾ ਵੇਖ ਕੇ, ਠੀਕ ਹੈ, ਗੰਭੀਰਤਾ ਵੇਖ ਕੇ ਗੋਬਿੰਦ ਰਾਏ ਜਿਹੜੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਹੋਏ ਆ, ਉਹਨਾਂ ਨੇ ਪਿਤਾ ਜੀ ਤੋਂ ਪੁੱਛਿਆ ਵੀ ਇਹ ਇੰਨੇ ਕਿਉਂ ਦੁਖੀ ਨੇ। ਤਾਂ ਗੁਰੂ ਸਾਹਿਬ ਨੇ ਦੱਸਿਆ ਕਿ ਹਿੰਦੂ ਧਰਮ ਦੀ ਰੱਖਿਆ ਲਈ ਕਿਸੇ ਮਹਾਂਪੁਰਸ਼ ਨੂੰ ਕੁਰਬਾਨੀ ਦੇਣੀ ਪਏਗੀ, ਕੁਰਬਾਨੀ ਦੀ ਲੋੜ ਹੈ। ਤਾਂ ਗੁਰੂ ਗੋਬਿੰਦ ਜਿਹੜੇ ਸੀਗੇ ਉਹਨਾਂ ਨੇ ਝੱਟ ਹੀ ਉੱਤਰ ਦਿੱਤਾ, ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਹੋਰ ਕੌਣ ਹੋ ਸਕਦਾ ਹੈ, ਠੀਕ ਹੈ। ਸੋ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਕੁਰਬਾਨੀ ਦੇਣੀ ਹੈ ਤਾਂ ਕਿਸੇ ਮਹਾਂਪੁਰਸ਼ ਦੀ ਅਗਰ ਮੰਗੀ ਜਾ ਰਹੀ ਹੈ ਤਾਂ ਤੁਹਾਡੇ ਤੋਂ ਉੱਤੇ ਮਹਾਂਪੁਰਸ਼ ਕੌਣ ਹੈ। ਤਾਂ ਬਾਲਕ ਦੇ ਮੁਖੋਂ ਇਹ ਉੱਤਰ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ। ਉਹਨਾਂ ਨੇ ਪੰਡਤਾਂ ਨੂੰ ਕਿਹਾ ਕਿ ਉਹ ਮੁਗਲ ਅਧਿਕਾਰੀਆਂ ਨੂੰ ਸਾਫ਼-ਸਾਫ਼ ਦੱਸ ਦੇਣ ਕਿ ਜੇ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲੈਣ ਤਾਂ ਉਹ ਸਾਰੇ ਜਿਹੜੇ ਨੇ ਬਿਨਾਂ ਕਿਸੇ ਵਿਰੋਧ ਦੇ ਇਸਲਾਮ ਧਰਮ ਸਵੀਕਾਰ ਕਰ ਲੈਣਗੇ, ਕਿ ਜੇ ਤੁਸੀਂ ਗੁਰੂ ਤੇਗ ਬਹਾਦਰ ਜੀ ਨੂੰ ਇਸਲਾਮ ਧਰਮ ਕਬੂਲ ਕਰਵਾ ਲੈਂਦੇ ਹੋ ਤਾਂ ਅਸੀਂ ਸਾਰੇ ਜਿਹੜੇ ਹੈਗੇ ਇਸਲਾਮ ਧਰਮ ਕਬੂਲ ਕਰ ਲੈਣਗੇ, ਪਹਿਲਾਂ ਉਹ ਉਹਨਾਂ ਤੋਂ ਕਬੂਲ ਕਰਵਾਓ। ਤਾਂ ਸ਼ਹੀਦੀ ਜਿਹੜੀ ਸੀ ਉਹ ਹੋਈ ਕਿੱਦਾਂ ਸੀ, ਠੀਕ ਹੈ, ਕਿਸ ਤਰ੍ਹਾਂ ਦਿੱਤੀ ਗਈ ਸੀ, ਤਾਂ ਇਹ ਆਪ ਚੱਲ ਕੇ ਗਏ ਸੀ, ਲੇਕਿਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਤਾਂ ਬੰਦੀ ਬਣਾ ਕੇ ਲੈ ਕੇ ਗਿਆ, ਗ੍ਰਿਫਤਾਰ ਕਰਕੇ ਲੈ ਕੇ ਗਏ ਸੀ, ਲੇਕਿਨ ਇਹ ਗੁਰੂ ਜਿਹੜੇ ਸੀਗੇ ਉਹ ਖੁਦ ਚੱਲ ਕੇ ਗਏ ਸੀ। ਇਹ ਇਹਨਾਂ ਦਾ ਡਿਫਰੈਂਸ ਸੀਗਾ। ਅਤੇ ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਬੁਲਾਉਣ ਦਾ ਫੈਸਲਾ ਕੀਤਾ। ਤਾਂ ਜਿਹੜੇ ਸ਼੍ਰੀ ਗੁਰੂ ਤੇਗ ਬਹਾਦਰ ਸੀ ਆਪਣੇ 3 ਸਾਥੀਆਂ ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ ਨੂੰ ਲੈ ਕੇ 11 ਜੁਲਾਈ 1675 ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਰਵਾਨਾ ਹੋਏ, ਠੀਕ ਹੈ। ਜਦੋਂ ਇਹ ਦਿੱਲੀ ਵੱਲ ਰਵਾਨਾ ਹੋਏ ਨੇ ਨਾ ਦੋਸਤੋ, ਤਾਂ ਇਹ ਜਿੰਨੇ ਵੀ ਰਸਤੇ 'ਚ ਮਿਲਦੇ ਗਏ ਨੇ ਲੋਕ, ਜਿੰਨੇ ਵੀ ਮਿਲਦੇ ਗਏ ਨੇ ਹਰ ਧਰਮ ਦੇ, ਉਹਨਾਂ ਨੂੰ ਇਹ ਮਤਲਬ ਸਮਝਾਉਂਦੇ ਗਏ, ਠੀਕ ਹੈ, ਅਡੰਬਰਾਂ ਤੋਂ ਦੂਰ ਰਹਿਣ ਲਈ ਕਹਿੰਦੇ ਗਏ ਅਤੇ ਠੀਕ ਹੈ ਜੋ ਵੀ ਇਹਨਾਂ ਦਾ ਸੀ ਆਪਣਾ ਪ੍ਰਚਾਰ ਫੈਲਾਉਂਦੇ ਗਏ ਸਿੱਖ ਧਰਮ ਦਾ। ਮੁਗਲ ਅਧਿਕਾਰੀਆਂ ਨੇ ਉਹਨਾਂ ਨੂੰ ਰੋਪੜ ਦੇ ਨੇੜੇ ਗ੍ਰਿਫਤਾਰ ਕਰ ਲਿਆ ਅਤੇ 4 ਮਹੀਨਿਆਂ ਤੱਕ ਸਰਹੰਦ ਦੇ ਜੇਲਖਾਨੇ ਦੇ ਵਿੱਚ ਰੱਖਿਆ ਗਿਆ। ਔਰੰਗਜ਼ੇਬ ਦੇ ਆਦੇਸ਼ 'ਤੇ ਉਹਨਾਂ ਨੂੰ 6 ਨਵੰਬਰ 1675 ਨੂੰ ਦਿੱਲੀ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਉਹਨਾਂ ਨੂੰ ਇਸਲਾਮ ਧਰਮ ਜਾਂ ਮੌਤ ਦੋਨਾਂ 'ਚੋਂ ਇੱਕ ਕਬੂਲਣ ਲਈ ਕਿਹਾ ਗਿਆ ਕਿ ਜਾਂ ਤਾਂ ਇਸਲਾਮ ਧਰਮ ਕਬੂਲ ਕਰ ਲਓ ਜਾਂ ਮੌਤ ਕਬੂਲ ਕਰ ਲਓ। ਤਾਂ ਗੁਰੂ ਜੀ ਨੇ ਮੌਤ ਸਵੀਕਾਰ ਕੀਤੀ। ਉਹਨਾਂ ਨੇ ਕਿਹਾ ਵੀ ਅਸੀਂ ਇਸਲਾਮ ਧਰਮ ਨਹੀਂ ਕਬੂਲਣਾ ਹੈਗਾ। ਉਹਨਾਂ ਨੇ ਸਾਫ਼ ਨਾ ਕਰ ਦਿੱਤੀ। ਤਾਂ ਗੁਰੂ ਜੀ ਨੂੰ ਡਗਮਗਾਉਣ ਲਈ ਉਹਨਾਂ ਨੇ ਮੁਗਲਾਂ ਦੇ ਗੁਰੂ ਸਾਹਿਬ ਦੇ 3 ਸਾਥੀ ਜਿਹੜੇ ਸੀਗੇ ਗੁਰੂ ਜੀ ਦੇ, ਮਤੀ ਦਾਸ, ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਉਹਨਾਂ ਦੇ ਸਾਹਮਣੇ ਸ਼ਹੀਦ ਕਰਤਾ ਕਿ ਸ਼ਾਇਦ ਇਹ ਡਰ ਜਾਣ, ਹੈ ਨਾ। ਤਾਂ ਉਹਨਾਂ ਤਿੰਨਾਂ ਨੂੰ ਸ਼ਹੀਦ ਕਰਾਤਾ ਜਿਹੜੇ ਨਾਲ ਲੈ ਕੇ ਗਏ ਸੀ ਉਹ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਕੋਈ ਚਮਤਕਾਰ ਵਿਖਾਉਣ ਲਈ ਕਿਹਾ ਗਿਆ, ਪਰ ਗੁਰੂ ਜੀ ਨੇ ਚਮਤਕਾਰ ਉਹਨਾਂ ਨੇ ਸਾਫ਼ ਜਵਾਬ ਦਿੱਤਾ ਕਿ ਕੋਈ ਚਮਤਕਾਰ ਨਹੀਂ ਮੈਂ ਦਿਖਾਉਣਾ। ਸਿੱਟੇ ਦੇ ਵਜੋਂ 11 ਨਵੰਬਰ 1675 ਨੂੰ ਦਿੱਲੀ ਦੇ ਚਾਂਦਨੀ ਚੌਂਕ ਦੇ ਵਿਖੇ ਉਹਨਾਂ ਦਾ ਸ਼ੀਸ਼ ਧੜ ਤੋਂ ਅਲੱਗ ਕਰ ਦਿੱਤਾ ਗਿਆ ਅਤੇ ਇਹ ਭਾਰਤੀ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਦਿਲ ਹਿਲਾ ਦੇਣ ਵਾਲੀ ਕੰਬਾਉਣ ਵਾਲੀ ਜਿਹੜੀ ਸੀਗੀ ਘਟਨਾ ਸੀਗੀ ਕਿ ਬਿਲਕੁਲ ਉਹਨਾਂ ਦਾ ਸ਼ੀਸ਼ ਹੀ ਕੱਟ ਦਿੱਤਾ ਗਿਆ ਸੀ। ਜਿਸ ਥਾਂ 'ਤੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਥਾਂ 'ਤੇ ਗੁਰਦੁਆਰਾ ਸ਼ੀਸ਼ਗੰਜ ਦੀ ਉਸਾਰੀ ਕੀਤੀ ਗਈ ਹੈ। ਭਾਈ ਲੱਖੀ ਸ਼ਾਹ ਨੇ ਗੁਰੂ ਤੇਗ ਬਹਾਦਰ ਜੀ ਦੇ ਸਰੀਰ ਨੂੰ ਆਪਣੇ ਪੁੱਤਰਾਂ ਦੀ ਸਹਾਇਤਾ ਦੇ ਨਾਲ ਆਪਣੇ ਗੱਡੀ ਵਿੱਚ ਛੁਪਾ ਕੇ, ਠੀਕ ਹੈ, ਉਹਨਾਂ ਨੇ ਆਪਣੇ ਗੱਡੇ ਦੇ ਵਿੱਚ ਇਹਨੂੰ ਛੁਪਾਇਆ ਅਤੇ ਛੁਪਾ ਕੇ ਆਪਣੇ ਘਰ ਲੈ ਕੇ ਆਏ ਅਤੇ ਇਹਨਾਂ ਦਾ ਅੰਤਿਮ ਸੰਸਕਾਰ ਕੀਤਾ। ਆਪਣੇ ਘਰ ਨੂੰ ਅੱਗ ਹੀ ਲਗਾਤੀ ਸੀ ਇਹਨਾਂ ਨੇ ਸੰਸਕਾਰ ਦੇ ਕਰਨ ਦੇ ਨਾਲ ਹੀ। ਉੱਥੇ ਜਿਹੜਾ ਹੈ ਗੁਰਦੁਆਰਾ ਰਕਾਬਗੰਜ ਬਣਿਆ ਹੋਇਆ। ਦੇਖੋ ਜਿਹੜੇ ਭਾਈ ਲੱਖੀ ਸ਼ਾਹ ਸੀ ਗੱਡੇ ਦੇ ਵਿੱਚ ਜਿਹੜੇ ਸੀਗੇ ਆਪਣੇ ਪੁੱਤਰਾਂ ਦੀ ਸਹਾਇਤਾ ਦੇ ਨਾਲ ਆਪਣੇ ਹੀ ਘਰ ਦੇ ਵਿੱਚ ਰੱਖਿਆ ਅਤੇ ਪੂਰੇ ਹੀ ਘਰ ਨੂੰ ਅੱਗ ਲਗਾ ਦਿੱਤੀ, ਠੀਕ ਹੈ। ਸ਼ਹੀਦੀ ਦੀ ਮਹੱਤਤਾ ਕੀ ਹੈਗੀ ਹੈ? ਸ਼ਹੀਦੀ ਦੀ ਬਹੁਤ ਹੀ ਜ਼ਿਆਦਾ ਇਹਨਾਂ ਦੇ ਮਹੱਤਤਾ ਹੈਗੀ ਹੈ ਕਿਉਂਕਿ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹੀਦੀ ਦੀ ਘਟਨਾ ਨਾ ਕੇਵਲ ਸਿੱਖ ਇਤਿਹਾਸ ਵਿੱਚ ਸਗੋਂ ਸਮੁੱਚੇ ਵਿਸ਼ਵ ਦੇ ਇਤਿਹਾਸ ਦੇ ਵਿੱਚ ਇੱਕ ਅਦੁੱਤੀ ਘਟਨਾ ਹੈਗੀ ਹੈ ਕਿਉਂਕਿ ਇਸ ਸ਼ਹੀਦੀ ਦੇ ਨਾਲ ਭਾਰਤ ਦਾ ਜਿਹੜਾ ਪੰਜਾਬ ਹੈ ਆਪਣਾ, ਹੈ ਨਾ, ਪੰਜਾਬ ਦੇ ਇਤਿਹਾਸ, ਭਾਰਤ ਦੇ ਇਤਿਹਾਸ ਦੇ ਵਿੱਚ ਦੁਰਗਾਮੀ ਪ੍ਰਭਾਵ ਪਏ ਨੇ। ਬਿਕੋਜ਼ ਇਸ ਦੇ ਨਾਲ ਕੀ ਹੋਇਆ ਸੀਗਾ, ਸਿੱਖ ਹੋਰ ਅਲਰਟ ਹੋ ਗਏ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਇਹਨਾਂ ਨੂੰ ਜਿੰਨੀ ਦੇਰ ਤੱਕ ਉਹ ਜਿਉਂਦੇ ਰਹੇ ਨੇ ਮੁਗਲਾਂ ਨੂੰ ਡਰਾ ਕੇ ਰੱਖਿਆ ਅਤੇ ਕਿੰਨੇ ਹੀ ਉਹਨਾਂ ਨੇ ਲੜਾਈਆਂ ਲੜੀਆਂ ਨੇ। ਸੋ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਨਾਲ ਮਹਾਨ ਮੁਗਲ ਸਮਰਾਟ ਦਾ ਪਤਨ ਵੀ ਸਟਾਰਟ ਹੋ ਗਿਆ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਵਾਗਡੋਰ ਆਪਣੇ ਹੱਥ 'ਚ ਲੈ ਲਈ ਸੀ ਆਪਣੇ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ, ਹੈ ਨਾ। ਸੋ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹੀਦੀ ਦੇ ਸਿੱਖਾਂ 'ਤੇ ਪ੍ਰਭਾਵਸ਼ਾਲੀ ਅਤੇ ਦੁਰਗਾਮੀ ਪ੍ਰਭਾਵ ਪਏ ਨੇ।
ਸੋ ਇਤਿਹਾਸ ਦੀ ਇਹ ਇੱਕ ਅਦੁੱਤੀ ਘਟਨਾ ਹੈਗੀ ਹੈ, ਇੱਕ ਅਨੋਖੀ ਘਟਨਾ ਹੈਗੀ ਹੈ, ਇੱਕ ਯੂਨੀਕ ਇਵੈਂਟ ਹੈ। ਦੁਨੀਆ ਦਾ ਇਤਿਹਾਸ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਹੈ। ਇਹ ਕੁਰਬਾਨੀਆਂ ਵਧੇਰੇ ਕਰਕੇ ਆਪਣੇ ਧਰਮ ਦੀ ਰੱਖਿਆ ਦੇ ਲਈ, ਦੇਸ਼ ਦੀ ਖਾਤਰ ਦਿੱਤੀਆਂ ਗਈਆਂ, ਅਤੇ ਗੁਰੂ ਤੇਗ ਬਹਾਦਰ ਜੀ ਨੇ ਤਾਂ ਮਨੁੱਖਤਾ ਲਈ, ਸੱਚਾਈ ਲਈ ਆਪਣਾ ਸ਼ੀਸ਼ ਦਿੱਤਾ ਹੈ ਨਾ। ਉਹਨਾਂ ਨੇ ਸਾਰੀ ਮਨੁੱਖਤਾ ਦੇ ਲਈ ਆਪਣਾ ਸ਼ੀਸ਼ ਦੇ ਦਿੱਤਾ ਸੀਗਾ। ਨਿਰਸੰਦੇਹ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਅਨੋਖੀ ਅਦੁੱਤੀ ਉਦਾਹਰਣ ਸੀ, ਤੇ ਇਸੇ ਕਰਕੇ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ, ਕਿਉਂਕਿ ਉਹਨਾਂ ਨੇ ਸਰਬੱਤ ਦੇ ਭਲੇ ਲਈ, ਸਰਬ ਕਲਿਆਣ ਲਈ ਆਪਣਾ ਸ਼ੀਸ਼ ਦਿੱਤਾ ਸੀ। ਕੁਰਬਾਨੀ ਉਹਨਾਂ ਨੇ ਆਪਣੇ ਸਰਬੱਤ ਦੇ ਭਲੇ ਲਈ ਦਿੱਤੀ ਸੀ। ਸਿੱਖਾਂ ਦੇ ਵਿੱਚ ਬਦਲੇ ਦੀ ਭਾਵਨਾ ਹੈ ਨਾ, ਓਬਵੀਅਸ ਜੀ ਗੱਲ ਹੈਗੀ ਹੈ। ਜਦੋਂ ਉਹਨਾਂ ਦੇ ਗੁਰੂ ਜੀ ਸ਼ਹੀਦ ਕਰ ਦਿੱਤੇ ਗਏ ਨੇ, ਤਾਂ ਓਬਵੀਅਸ ਹੈਗਾ ਕਿ ਉਹਨਾਂ ਨੇ ਸਾਰੇ ਸਿੱਖਾਂ ਦੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ, ਅਤੇ ਮੁਗਲ ਸਾਮਰਾਜ ਦੇ ਪ੍ਰਤੀ ਗੁੱਸਾ ਆ ਗਿਆ ਉਹਨਾਂ ਨੂੰ। ਇਸ ਲਈ ਉਹਨਾਂ ਨੇ, ਸਿੱਖਾਂ ਨੇ ਮੁਗਲਾਂ ਦੇ ਅਤਿਆਚਾਰੀ ਸ਼ਾਸਨ ਦਾ ਅੰਤ ਕਰਨ ਦਾ ਵੀ ਨਿਸ਼ਚੈ ਕੀਤਾ। ਠੀਕ ਹੈ, ਤਾਂ ਉਹਨਾਂ ਦੇ ਬੇਟੇ ਸੀ, ਉਹਨਾਂ ਨੇ ਵੀ ਸਟਾਰਟਿੰਗ ਤੋਂ ਛੋਟੀ ਉਮਰ ਦੇ ਵਿੱਚ ਹੀ ਉਹ ਗੱਦੀ 'ਤੇ ਬੈਠੇ, ਤਾਂ ਉਹਨਾਂ ਨੇ ਜਿਹੜਾ ਹੈਗਾ ਕਾਫੀ ਸਾਰਾ ਉਹਨਾਂ ਨੇ ਯੁੱਧ ਕਰਨਾ ਸਿੱਖਿਆ। ਠੀਕ ਹੈ, ਸੈਨਾ ਆਪਣੀ ਬਣਾਈ, ਅਤੇ ਯੁੱਧ ਕਾਫੀ ਲੜਾਈਆਂ ਲੜੀਆਂ ਉਹਨਾਂ ਨੇ। ਹਿੰਦੂ ਧਰਮ ਦੀ ਉਹਨਾਂ ਨੇ ਰੱਖਿਆ ਕੀਤੀ ਹੈ ਗੁਰੂ ਜੀ ਨੇ। ਸੋ ਔਰੰਗਜ਼ੇਬ ਜਿਹੜੇ ਸੀਗੇ, ਦਿਨੋ ਦਿਨ ਕੀ ਹੋ ਰਹੇ ਸੀਗੇ, ਔਰੰਗਜ਼ੇਬ ਦੇ ਦਿਨੋ ਦਿਨ ਅਤਿਆਚਾਰ ਵੱਧ ਰਹੇ ਸੀ। ਠੀਕ ਹੈ, ਜਦੋਂ ਉਹਨਾਂ ਨੇ ਗੁਰੂ ਜੀ ਨੂੰ ਸ਼ਹੀਦ ਕਰਾਤਾ, ਤਾਂ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਮੈਂ ਇਹਨਾਂ ਨੂੰ ਦਬਾਤਾ ਸਿੱਖਾਂ ਨੂੰ, ਤਾਂ ਉਹਨਾਂ ਦਾ ਜਿਹੜਾ ਸੀਗਾ ਬਹੁਤ ਹੀ ਜ਼ਿਆਦਾ ਅਤਿਆਚਾਰ ਵੱਧ ਰਹੇ ਸੀ। ਸੋ ਹਿੰਦੂਆਂ ਨੇ ਇਸਲਾਮ ਧਰਮ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਉਸ ਤੋਂ। ਠੀਕ ਹੈ, ਗੁਰੂ ਜੀ ਦੀ ਡੈਥ ਤੋਂ ਬਾਅਦ 'ਚ ਤਾਂ ਹਿੰਦੂ ਧਰਮ ਦੀ ਹੋਂਦ ਦੇ ਲਈ ਇੱਕ ਭਾਰੀ ਖਤਰਾ ਪੈਦਾ ਹੋ ਗਿਆ। ਤਾਂ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਕੁਰਬਾਨੀ ਦੇ ਕੇ ਹਿੰਦੂ ਧਰਮ ਨੂੰ ਲੋਪ ਹੋਣ ਤੋਂ ਬਚਾ ਲਿਆ, ਤਾਂ ਮਤਲਬ ਕਿ ਲੋਕਾਂ ਨੇ ਸਟਾਰਟਿੰਗ ਕਰਤਾ ਸੀ ਹਿੰਦੂਆਂ ਨੇ, ਲੇਕਿਨ ਫਿਰ ਜਿਹੜਾ ਸੀ ਗੁਰੂ ਜੀ ਨੇ ਜਦੋਂ ਆਪਣੀ ਸ਼ਹੀਦੀ ਦੇ ਦਿੱਤੀ, ਤਾਂ ਉਸ ਤੋਂ ਬਾਅਦ ਦੇ ਵਿੱਚ ਵੀ ਇਹ ਚੀਜ਼ ਚੱਲਦੀ ਰਹੀ ਹੈਗੀ। ਲੇਕਿਨ ਗੁਰੂ ਗੋਬਿੰਦ ਸਿੰਘ ਦੇ ਟਾਈਮ ਜਿਹੜਾ ਹੈਗਾ, ਇਹ ਚੀਜ਼ ਫਿਰ ਠੱਲ ਪੈ ਗਈ ਸੀ ਇਸ ਚੀਜ਼ ਦੇ ਉੱਤੇ। ਇਹ ਸ਼ਹੀਦੀ ਨੇ ਸਦੀਆਂ ਤੋਂ ਸੁੱਤੀ ਪਈ ਜਿਹੜੀ ਹਿੰਦੂ ਕੌਮ ਸੀ, ਉਸ ਦੇ ਵਿੱਚ ਵੀ ਇੱਕ ਜਾਗ੍ਰਿਤੀ ਪੈਦਾ ਕੀਤੀ ਸੀ, ਅਤੇ ਔਰੰਗਜ਼ੇਬ ਦੇ ਅਤਿਆਚਾਰਾਂ 'ਤੇ ਮੁਕਾਬਲਾ ਕਰਨ ਲਈ ਉਹ ਵੀ ਤਿਆਰ ਹੋ ਗਏ ਸੀ, ਕਿਉਂਕਿ ਉਹਨਾਂ ਨੇ ਸਿੱਖ ਧਰਮ ਗ੍ਰਹਿਣ ਕਰਨਾ ਸਟਾਰਟ ਕਰਤਾ ਸੀਗਾ। ਉਹਨਾਂ ਨੇ ਕਿਹਾ ਵੀ ਇਸਲਾਮ ਧਰਮ ਦੇ ਵਿੱਚ ਤਾਂ ਅਸੀਂ ਜਾਣਾ ਨਹੀਂ, ਅਸੀਂ ਸਿੱਖ ਧਰਮ, ਜਿਨ੍ਹਾਂ ਨੇ ਸਾਡੇ ਲਈ ਸ਼ਹੀਦੀ ਦਿੱਤੀ ਗੁਰੂ ਜੀ ਨੇ, ਅਸੀਂ ਉਹਨਾਂ ਦੀ ਕੌਮ ਦੇ ਵਿੱਚ ਜਾਵਾਂਗੇ। ਫਿਰ ਖਾਲਸਾ ਦੀ ਸਿਰਜਣਾ। ਠੀਕ ਹੈ, ਖਾਲਸਾ ਦੀ ਸਿਰਜਣਾ ਤੋਂ ਬਾਅਦ 'ਚ ਤਾਂ ਬਹੁਤ ਹੀ ਜ਼ਿਆਦਾ ਜਿਹੜਾ ਸੀਗਾ ਡਰਾਸਟਿਕ ਉਹ ਆਇਆ ਹੈਗਾ, ਅਤੇ ਚੇਂਜ ਆਇਆ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੇ ਸਿੱਖਾਂ ਨੂੰ ਇਹ ਵੀ ਸਪਸ਼ਟ ਕਰ ਦਿੱਤਾ ਕਿ ਹੁਣ ਧਰਮ ਦੀ ਰੱਖਿਆ ਲਈ ਉਹਨਾਂ ਨੇ ਸੰਗਠਿਤ ਹੋਣਾ ਬਹੁਤ ਜ਼ਰੂਰੀ ਹੈ। ਸਿੱਖ ਚੰਗੀ ਤਰ੍ਹਾਂ ਸਮਝ ਗਏ ਸੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ, ਅਤੇ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਤਾਂ ਉਹ ਬਹੁਤ ਹੀ ਜ਼ਿਆਦਾ ਜਿਹੜੇ ਸੀਗੇ ਗੁੱਸੇ ਦੇ ਵਿੱਚ ਆ ਗਏ ਸੀ। ਇਸ ਉਦੇਸ਼ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੇ ਵਿੱਚ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਣਾ ਕੀਤੀ, ਅਤੇ ਖਾਲਸਾ ਪੰਥ ਦੀ ਸਿਰਜਣਾ ਦੇ ਨਾਲ ਇੱਕ ਬਹਾਦਰ ਕੌਮ ਨੂੰ ਦੋਸਤੋ ਜਿਹੜੀ ਖਾਲਸਾ ਦੀ ਸਿਰਜਣਾ ਹੋਈ ਸੀ ਹੈ ਨਾ, ਇਸ ਤੋਂ ਬਾਅਦ ਦੇ ਵਿੱਚ ਤਾਂ ਸਿੱਖਾਂ ਦੇ ਅੰਦਰ ਇੱਕ ਸ਼ੇਰ ਵਾਲੀ ਤਾਕਤ ਆ ਗਈ ਸੀ। ਸੋ ਕਹਿੰਦੇ ਚਿੜੀਆਂ ਦੇ ਸੰਗ ਬਾਜ ਲੜਾਊਂ ਤਬੀ ਗੋਬਿੰਦ ਸਿੰਘ ਨਾਮ ਕਹਾਊਂ। ਸੋ ਗੁਰੂ ਗੋਬਿੰਦ ਸਿੰਘ ਜੀ ਨੇ ਇੰਨੀ ਉਹਨਾਂ ਦੇ ਅੰਦਰ ਹੱਲਾਸ਼ੇਰੀ ਭਰਤੀ ਸੀ ਕਿ ਉਹ ਕਿਸੇ ਦੇ ਸਾਹਮਣੇ ਜਿਹੜੇ ਸੀਗੇ ਡਟ ਕੇ ਖੜ ਜਾਂਦੇ ਸੀਗੇ, ਚਟਾਨ ਦੇ ਵਾਂਗੂ ਦਾ ਮੁਕਾਬਲਾ ਕਰਦੇ ਸੀ। ਤਾਂ ਇਸ ਤੋਂ ਬਾਅਦ 'ਚ ਤਾਂ ਸ਼ਹੀਦੀਆਂ ਦੀ ਪਰੰਪਰਾ ਦਾ ਦੌਰ ਹੀ ਸਟਾਰਟ ਹੋ ਗਿਆ ਸੀ। ਦੇਖੋ ਗੁਰੂ ਜੀ ਨੇ ਤਾਂ ਆਪਣੀ ਪੂਰਾ ਪਰਿਵਾਰ ਜਿਹੜਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਨਿਚੌਰ ਕਰ ਦਿੱਤਾ ਸੀਗਾ ਹੈ ਨਾ। ਉਹਨਾਂ ਨੇ ਆਪਣੀ ਜਿਹੜੇ ਸੀਗੇ ਸਾਰੇ ਪਰਿਵਾਰ ਦੀ ਸ਼ਹੀਦੀ ਦੇ ਦਿੱਤੀ ਸੀਗੀ, ਸ਼ਹਾਦਤ ਦੇ ਦਿੱਤੀ ਸੀਗੀ। ਉਹਨਾਂ ਨੇ ਆਪ ਇੰਨੇ ਕਸ਼ਟ ਸਹੇ ਨੇ, ਅਤੇ ਉਹਨਾਂ ਦੇ ਦੋਵੇਂ ਜਿਹੜੇ ਛੋਟੇ ਸਾਹਿਬਜ਼ਾਦੇ ਸੀ, ਬਿਲਕੁਲ ਛੋਟੇ ਛੋਟੇ ਸੀ, ਜਿਨ੍ਹਾਂ ਨੂੰ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਗਿਆ ਸੀ ਜਿਉਂਦੇ ਹੀ, ਅਤੇ ਦੋਵੇਂ ਜਿਹੜੇ ਵੱਡੇ ਸਾਹਿਬਜ਼ਾਦੇ ਸੀਗੇ ਉਹ ਵੀ ਸ਼ਹੀਦ ਹੋ ਗਏ ਸੀ ਯੁੱਧ ਦੇ ਵਿੱਚ। ਤਾਂ ਗੁਰੂ ਸਾਹਿਬ ਜਿਹੜੇ ਸੀਗੇ ਆਪ ਵੀ ਇਸ ਤਰ੍ਹਾਂ ਹੀ ਯੁੱਧ ਲੜਦੇ ਲੜਦੇ ਜ਼ਖਮੀ ਹੋ ਗਏ ਸੀ, ਅਤੇ ਜ਼ਖਮ ਦੀ ਤਾਬ ਨਾ ਝੱਲਦੇ ਹੋਏ ਉਹਨਾਂ ਦੀ ਡੈਥ ਹੋ ਗਈ ਸੀ। ਤਾਂ ਉਹਨਾਂ ਤੋਂ ਬਾਅਦ 'ਚ ਵੀ ਜਿਹੜੇ ਬੰਦਾ ਬਹਾਦਰ ਸੀਗੇ, ਉਹਨਾਂ ਨੇ ਵੀ ਸੈਂਕੜੇ ਸਿੱਖਾਂ ਦੇ ਨਾਲ ਆਪਣੀ ਕੁਰਬਾਨੀ ਦੇ ਦਿੱਤੀ ਸੀ। ਲੜਾਈਆਂ ਬਹੁਤ ਜ਼ਿਆਦਾ ਉਹਨਾਂ ਨੇ ਵੀ ਲੜੀਆਂ ਸੀ। ਸਿੱਖਾਂ ਨੇ ਮੁਗਲ ਅਤਿਆਚਾਰਾਂ ਅੱਗੇ ਹੱਸ ਹੱਸ ਕੇ ਕੁਰਬਾਨੀਆਂ ਦਿੱਤੀਆਂ ਨੇ, ਅਤੇ ਇਸੇ ਕਰਕੇ ਜਿਹੜਾ ਸੀਗਾ ਇਹ ਸਿੱਖ ਕੌਮ ਜਿਹੜੀ ਸੀਗੀ ਪੰਜਾਬ ਦੇ ਇਤਿਹਾਸ ਦੇ ਵਿੱਚ ਛੱਡੋ, ਭਾਰਤ ਦੇ ਇਤਿਹਾਸ ਦੇ ਵਿੱਚ ਇਹਨਾਂ ਦਾ ਪੂਰਾ ਜਿਹੜਾ ਹੈਗਾ ਸੁਨਹਿਰੇ ਅੱਖਰਾਂ ਨਾਲ ਨਾਮ ਲਿਖਿਆ ਹੋਇਆ ਹੈ। ਸੋ ਅਸਲ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਆਉਣ ਵਾਲੀਆਂ ਨਸਲਾਂ ਲਈ ਇੱਕ ਪ੍ਰੇਰਨਾ ਦਾ ਸੋਮਾ ਸਿੱਧ ਹੋਇਆ, ਕਿਉਂਕਿ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਜੀ ਇੱਕ ਕਹਿੰਦੇ ਨਾ ਖੂਨ ਦੇ ਵਿੱਚ ਐਡੀ ਜ਼ਿਆਦਾ ਤਾਕਤ ਆ ਗਈ ਸੀ ਕਿ ਹਰੇਕ ਚੀਜ਼ ਦੇ ਸਾਹਮਣੇ ਉਹ ਡਟ ਕੇ ਰਹਿਣ ਲੱਗ ਗਏ ਸੀ, ਜਿੰਨੇ ਵੀ ਸਿੱਖ ਹੋਏ ਨੇ। ਅਤੇ ਬਾਕੀ ਜਿਵੇਂ ਮੁਸਲਮਾਨ ਸੀ ਉਹ ਵੀ ਕਾਫੀ ਸਾਰੇ ਸਿੱਖ ਧਰਮ ਦੇ ਵਿੱਚ ਆ ਗਏ ਸੀ, ਹਿੰਦੂ ਵੀ ਕਾਫੀ ਸਾਰੇ ਸਿੱਖ ਧਰਮ ਦੇ ਵਿੱਚ ਆ ਗਏ ਸੀ। ਆਲਮੋਸਟ ਸਾਰੇ ਹੀ ਹਿੰਦੂ ਧਰਮ ਦੇ ਲੋਕ ਜਿਹੜੇ ਸੀ ਸਿੱਖ ਧਰਮ ਨੂੰ ਗ੍ਰਹਿਣ ਕਰਨਾ ਉਹਨਾਂ ਨੇ ਸਟਾਰਟ ਕਰ ਦਿੱਤਾ ਸੀਗਾ। ਸੋ ਸਿੱਖਾਂ ਅਤੇ ਮੁਗਲਾਂ ਦੇ ਵਿਚਾਲੇ ਲੜਾਈਆਂ ਹੋਈਆਂ ਹੈ ਨਾ। ਸੋ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਅਤੇ ਮੁਗਲਾਂ ਦੇ ਵਿਚਕਾਰ ਲੜਾਈਆਂ ਦਾ ਤਾਂ ਇੱਕ ਦੌਰ ਹੀ ਸਟਾਰਟ ਹੋ ਗਿਆ ਸੀ। ਬਹੁਤ ਹੀ ਜ਼ਿਆਦਾ ਲੜਾਈਆਂ ਲੜੀਆਂ ਗਈਆਂ ਇਸ ਗੁਰੂ ਤੇਗ ਬਹਾਦਰ ਜੀ ਤੋਂ ਬਾਅਦ 'ਚ। ਤਾਂ ਇਹਨਾਂ ਲੜਾਈਆਂ ਦੇ ਦੌਰਾਨ ਸਿੱਖ ਚਟਾਨਾਂ ਵਾਂਗੂ ਅਡੋਲ ਰਹੇ ਹੈ ਨਾ,
ਜਿਵੇਂ ਚਟਾਨਾਂ ਹੁੰਦੀਆਂ ਨੇ ਅਡਿੱਗ ਅਡੋਲ ਉਵੇਂ ਰਹੇ ਨੇ ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ, ਕਿਉਂਕਿ ਉਹਨਾਂ ਕੋਲ ਕਿਹੜਾ ਐਡਾ ਹਥਿਆਰ ਹੁੰਦੇ ਸੀਗੇ ਹੈ ਨਾ ਜਿੰਨੇ ਕਿ ਮੁਗਲਾਂ ਦੇ ਕੋਲ ਸੀ। ਤਾਂ ਉਹਨਾਂ ਕੋਲ ਇੰਨੇ ਘੱਟ ਲਿਮਿਟਡ ਰਿਸੋਰਸਿਸ ਸੀਗੇ, ਤਾਂ ਵੀ ਉਹਨਾਂ ਨੇ ਆਪਣੀ ਬਹਾਦਰੀ ਸਦਕਾ ਮੁਗਲ ਸਾਮਰਾਜ ਦੀਆਂ ਨੀਹਾਂ ਨੂੰ ਹਿਲਾ ਕੇ ਰੱਖ ਦਿੱਤਾ। ਅੰਤ ਵਿੱਚ ਅਸੀਂ ਪ੍ਰਸਿੱਧ ਇਤਿਹਾਸਕਾਰ S ਜੌਹਰ ਦੇ ਇਹਨਾਂ ਸ਼ਬਦਾਂ ਦੇ ਨਾਲ ਵੀ ਸਹਿਮਤ ਹਾਂ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਭਾਰਤੀ ਇਤਿਹਾਸ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਘਟਨਾ ਹੈ, ਜਿਸ ਦੇ ਬਹੁਤ ਡੂੰਘੇ ਨਤੀਜੇ ਨਿਕਲੇ। ਸੋ ਇਹ ਜਿਹੜਾ ਸੀ ਬਹੁਤ ਇੰਪੋਰਟੈਂਟ ਟੌਪਿਕ ਸੀ ਦੋਸਤੋ, ਟੌਪਿਕ 1, ਟੌਪਿਕ 2 ਅਤੇ ਟੌਪਿਕ 3 ਸ਼ਹਾਦਤ ਦਾ ਸੰਕਲਪ ਤੇ ਕਿਹੜੇ ਕਿਹੜੇ ਗੁਰੂ ਜੀ ਨੇ ਸ਼ਹੀਦੀਆਂ ਦਿੱਤੀਆਂ ਨੇ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ। ਸੋ ਇਹ ਦੋਨੋਂ ਕਨਸੈਪਟ ਬਹੁਤ ਹੀ ਚੰਗੇ ਤਰੀਕੇ ਨਾਲ ਆਪਾਂ ਨੇ ਪੜ੍ਹਨੇ ਨੇ ਤੇ ਸ਼ਾਰਟ ਕੁਐਸਚਨ ਜਿਹੜੇ ਹੈਗੇ ਨੇ ਇਹਨਾਂ ਦੇ ਵਿੱਚ ਆ ਸਕਦੇ ਨੇ ਤੁਹਾਨੂੰ ਕਿ ਸ਼ਹਾਦਤ ਤੋਂ ਤੁਸੀਂ ਕੀ ਸਮਝਦੇ ਹੋ ਹੈ ਨਾ, ਬਲੀ ਅਤੇ ਸ਼ਹਾਦਤ ਦੇ ਵਿੱਚ ਕੀ ਡਿਫਰੈਂਸ ਹੈ। ਸੋ ਇਹ ਪੂਰਾ ਹੀ ਟੌਪਿਕ ਜਿਹੜਾ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸੀ। ਇਸ ਟੌਪਿਕ ਦੇ ਵਿੱਚ ਟੌਪਿਕ 1, ਟੌਪਿਕ 2, ਟੌਪਿਕ 3 ਸ਼ਹਾਦਤ ਦੇ ਵਿੱਚ ਹੀ ਇਹ ਕਨਸੈਪਟ ਆਉਂਦੇ ਨੇ। ਸੋ ਹੋਪ ਤੁਹਾਨੂੰ ਵੀਡੀਓ ਚੰਗਾ ਲੱਗਿਆ ਹੋਊਗਾ। ਪਲੀਜ਼ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਅਤੇ ਐਂਡ ਤੱਕ ਦੇਖਿਓ। ਮਿਲਦੇ ਨਵੇਂ ਵੀਡੀਓ ਦੇ ਨਾਲ।